ਸੋ ਅਪ੍ਰੈਲ ਦਾ ਮਹੀਨਾ ਆ ਗਿਆ ਹੈ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਖਾਲਸਾ ਡੇ ਪਰੇਡ ਨੂੰ ਲੈ ਕੇ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ। ਖਾਸ ਕਰਕੇ ਫਰੇਜ਼ਰ ਹੈਲਥ ਦੇ ਵੱਲੋਂ ਵੀ ਬਹੁਤ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ। ਹਦਾਇਤਾਂ ਕੀ ਨੇ? ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਫੂਡ ਪਰਮਿਟ ਲੈਣੇ ਆ, ਫੂਡ ਪਰਮਿਟ ਜਿਨ੍ਹਾਂ ਨੇ ਲੈਣੇ ਆ ਉਹਨਾਂ ਨੂੰ ਕਿਵੇਂ ਪਰਮਿਟ ਮਿਲਣਗੇ ਜਾਂ ਕਿੰਨਾਂ ਨੂੰ ਮਿਲ ਸਕਦੇ ਨੇ, ਕੀ ਪੂਰੀ ਪ੍ਰਕਿਰਿਆ ਹੁੰਦੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਇੰਦਰਜੀਤ ਸਿੰਘ ਜੀ ਫਰੇਜ਼ਰ ਹੈਲਥ ਦੇ ਵੱਲੋਂ ਜੁੜੇ ਹੋਏ ਨੇ, ਰੀਜਨਲ ਮੈਨੇਜਰ ਨੇ ਫਰੇਜ਼ਰ ਹੈਲਥ ਦੇ ਵੱਲੋਂ। ਉਹਨਾਂ ਨਾਲ ਵਿਸਤਾਰਪੂਰਵਕ ਇਸ ਸੰਬੰਧੀ ਜਿਹੜੀ ਹੈ ਗੱਲਬਾਤ ਕਰਦੇ ਹਾਂ। ਇੰਦਰਜੀਤ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਅਪ੍ਰੈਲ ਦਾ ਮਹੀਨਾ ਚੜ੍ਹ ਗਿਆ, ਤਿਆਰੀਆਂ ਚੱਲ ਰਹੀਆਂ ਨੇ ਤੇ ਫਰੇਜ਼ਰ ਹੈਲਥ ਦੇ ਵੱਲੋਂ ਵੀ ਪੂਰੀ ਤਿਆਰੀ ਜਿਹੜੀ ਹੈ ਉਹ ਖਿੱਚ ਲਈ ਗਈ ਹੈ। ਹਾਂਜੀ, ਮਿਹਰਬਾਨੀ ਸ਼ੈਰੀ ਜੀ। ਸਭ ਤੋਂ ਪਹਿਲਾਂ ਤੁਹਾਡੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਔਰ ਆਦਾਬ। ਅਤੇ ਹਦਾਇਤਾਂ ਜਿਹੜੀਆਂ ਨੇ ਇਹ ਕੋਈ ਨਵੀਆਂ ਹਦਾਇਤਾਂ ਨੇਗੀਆਂ। ਇਹ ਜਦੋਂ ਦੀ ਲੈਜਿਸਲੇਸ਼ਨ ਆਈ ਹੈਗੀ ਐਨਫੋਰਸ ਫਰੋਮ 2000 ਉਦੋਂ ਦੀਆਂ ਹੀ ਆ ਰਹੀਆਂ। ਪਰ ਇੰਨਾ ਹੈਗਾ ਵੀ ਰਿਮਾਈਂਡਰ ਦੇ ਰਹੇ ਹਾਂ, ਕਿਉਂਕਿ 3 ਸਾਲ ਆਪਾਂ ਕੁਛ ਨਹੀਂ ਕਰ ਸਕੇ ਵਿਸਾਖੀ ਦਾ ਨਗਰ ਕੀਰਤਨ ਕਰਕੇ। ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਵੀ ਜਿਨ੍ਹਾਂ ਨੇ ਖਾਣਾ ਵਰਤਾਉਣਾ ਹੈਗਾ ਉਹ ਸਾਡੀ ਵੈੱਬਸਾਈਟ 'ਤੇ ਜਾ ਕੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਸਾਡੇ ਆਫਿਸ ਆ ਕੇ ਟੈਂਪਰੇਰੀ ਪਰਮਿਟ ਐਪਲੀਕੇਸ਼ਨ ਲੈ ਲੈਣ। ਇਹ ਐਪਲੀਕੇਸ਼ਨ ਦਾ ਕੋਈ ਚਾਰਜ ਨਹੀਂ, ਕੋਈ ਪਰਮਿਟ ਦੀ ਫੀਸ ਨਹੀਂ, ਕੁਛ ਨਹੀਂ ਹੈ। ਬੜੀ ਸੌਖੀ ਐਪਲੀਕੇਸ਼ਨ ਹੈਗੀ ਆ। ਸਿਰਫ ਟਿਕ ਮਾਰਕ ਹੀ ਕਰਨੇ ਜਾਂ ਸਿਰਫ ਭਰਨਾ ਹੈਗਾ ਵੀ ਤੁਸੀਂ ਖਾਣਾ ਕੀ ਵਰਤਾਉਣਾ ਔਰ ਜਿਨ੍ਹਾਂ ਨੇ ਵਰਤਾਉਣਾ ਉਹਨਾਂ ਦੀ ਕੰਟੈਕਟ ਇਨਫੋਰਮੇਸ਼ਨ, ਤਾਂ ਕਿ ਸਾਡੇ ਕੋਲ ਰਿਕਾਰਡ ਰਹੇ। ਨਹੀਂ ਜਾਣੀਏ ਕੋਈ ਉੱਥੇ ਖਾਣਾ ਖਾਣ ਲੱਗਿਆ ਬਿਮਾਰ ਹੋ ਜੇ ਜਾਂ ਕੁਛ ਹੋ ਜੇ, ਸਾਨੂੰ ਫਿਰ ਉਹ ਦੇਖਣਾ ਪੈਂਦਾ ਸਾਰਾ ਕੁਛ ਬਈ ਕਿੱਥੋਂ ਇਹਨਾਂ ਨੇ ਕੀ ਖਾਧਾ ਕੀ ਨਹੀਂ, ਤਾਂ ਕਿ ਅੱਗੇ ਤੋਂ ਅਸੀਂ ਵੀ ਹੋਰ ਸਿੱਖਿਆ ਦੇ ਸਕੀਏ। ਵੀ ਇੱਥੇ ਸਾਨੂੰ ਸਿੱਖਿਆ ਹੋਰ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਹੋਰ ਕੋਈ ਬਿਮਾਰ ਨਾ ਹੋਵੇ ਜੀ। ਅਤੇ ਦੂਸਰੀ ਗੱਲ ਇਹ ਹੈਗੀ ਹਦਾਇਤਾਂ ਬਹੁਤ ਆਸਾਨ ਨੇ। ਜਿਹੜੀ ਪਰਮਿਟ ਐਪਲੀਕੇਸ਼ਨ ਹੈਗੀ ਆ ਉਹਦੇ ਵਿੱਚ ਹੀ ਦੱਸਿਆ ਵੀ ਆ ਸਾਰਾ ਕੁਛ ਬਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਤਾਂ ਹੈਗੀ ਜੀ ਹੈਂਡ ਵਾਸ਼ਿੰਗ। ਜੇ ਆਪਣੇ ਸ਼ੁਰੂ ਤੋਂ ਚੱਲਦਾ ਆ ਰਿਹਾ ਵੀ ਸੁਚਮਤਾ ਰੱਖਣੀ ਚਾਹੀਦੀ ਆ। ਔਰ ਸੁਚਮਤਾ ਆਪਾਂ ਇੰਡੀਆ ਦੇ ਗੁਰਦੁਆਰਿਆਂ ਦੇ ਵਿੱਚ ਕਿਸ ਤਰ੍ਹਾਂ ਰੱਖਦੇ ਹਾਂ? ਸਿਰਫ ਹੱਥ ਧੋ ਕੇ ਹੈ ਜੀ। ਔਰ ਹੱਥ ਧੋਣੇ ਇੱਥੇ ਵੀ ਬਹੁਤ ਜ਼ਰੂਰੀ ਨੇ। ਇਹ ਵੀ ਇੱਕ ਤਰ੍ਹਾਂ ਦੀ ਲੰਗਰ ਦੀ ਸੇਵਾ ਹੈ ਅਤੇ ਇਸ ਕਰਕੇ ਹੱਥ ਧੋਣੇ ਇੱਥੇ ਵੀ ਬਹੁਤ ਜ਼ਰੂਰੀ ਨੇ। ਅਤੇ ਉਹਦਾ ਸੈਟਅਪ ਵੀ ਦਿਖਾਇਆ ਹੋਇਆ ਐਪਲੀਕੇਸ਼ਨ ਦੇ ਵਿੱਚ ਵੀ ਕਿਸ ਤਰ੍ਹਾਂ ਤੁਸੀਂ ਟੈਂਪਰੇਰੀ ਸਿੰਕ ਸੈਟਅਪ ਕਰ ਸਕਦੇ ਆ, ਪਾਣੀ ਲਿਆ ਸਕਦੇ ਆ। ਵਾਟਰ ਬੋਇਜ਼ ਹੁੰਦੇ ਆ ਜਿਨ੍ਹਾਂ ਦੇ ਥੱਲੇ ਟੂਟੀ ਜਿਹੀ ਲੱਗੀ ਹੁੰਦੀ ਹੈ ਅਤੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਆ ਨਾਲ ਸੋਪ ਡਿਸਪੈਂਸਰ ਰੱਖ ਕੇ ਔਰ ਪੇਪਰ ਟਾਵਲਸ ਨਾਲ ਡਰਾਈ ਕਰਕੇ ਹੈ ਜੀ। ਅਤੇ ਦੂਸਰੀ ਗੱਲ ਇਹ ਹੈਗੀ ਜਿਹੜਾ ਖਾਣਾ ਠੰਡਾ ਹੁੰਦਾ ਉਹਨੂੰ ਬਈ ਕਿਸ ਟੈਂਪਰੇਚਰ 'ਤੇ ਰੱਖਣਾ ਉਹ ਵੀ ਵਿੱਚ ਦੱਸਿਆ ਹੋਇਆ। ਕਿਸ ਤਰ੍ਹਾਂ ਦੇ ਖਾਣੇ ਠੰਡੇ ਰੱਖਣੇ ਚਾਹੀਦੇ ਨੇ ਉਹ ਵੀ ਵਿੱਚ ਦੱਸਿਆ ਹੋਇਆ। ਕਿਸ ਤਰ੍ਹਾਂ ਦੇ ਖਾਣੇ ਗਰਮ ਰੱਖਣੇ ਚਾਹੀਦੇ ਆ, ਕਿਹੜੀ ਟੈਂਪਰੇਚਰ 'ਤੇ ਰੱਖਣੇ ਚਾਹੀਦੇ ਆ ਉਹ ਵੀ ਦੱਸਿਆ ਹੋਇਆ ਐਪਲੀਕੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਨੂੰ ਪੂਰੀ ਨੌਲੇਜ। ਹਾਂ, ਹਾਲੇ ਵੀ ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਸਾਡੇ ਇੰਸਪੈਕਟਰਸ ਨਾਲ ਗੱਲ ਕਰਕੇ, ਹੈਲਥ ਆਫਿਸਰਸ ਨਾਲ ਗੱਲ ਕਰਕੇ ਜਦੋਂ ਮਰਜ਼ੀ ਉਹਨਾਂ ਨੂੰ ਪੁੱਛ ਸਕਦੇ ਆ ਸਵਾਲ। ਸਭ ਤੋਂ ਜ਼ਰੂਰੀ ਤਾਂ ਇਹ ਗੱਲ ਹੈ ਸਾਨੂੰ ਇਹ ਐਪਲੀਕੇਸ਼ਨ ਨਗਰ ਕੀਰਤਨ ਤੋਂ 14 ਦਿਨ ਪਹਿਲਾਂ ਦੇ ਦੇਣ ਤਾਂ ਬਹੁਤ ਅੱਛਾ, ਕਿਉਂਕਿ ਸਾਨੂੰ ਪ੍ਰੋਸੈਸਿੰਗ ਟਾਈਮ ਮਿਲ ਜਾਂਦਾ। ਸਾਡੇ ਲਈ ਸਿਰਫ ਇਹ ਨਗਰ ਕੀਰਤਨ ਹੀ ਨਹੀਂ, ਹੋਰ ਵੀ ਸਾਡੇ ਰੈਗੂਲਰ ਜੌਬਸ ਨੇ ਜਿਹੜੇ ਸਟਾਫ ਦੇ ਉਹਨਾਂ ਨੇ ਉਹ ਵੀ ਕਰਨੇ ਹੁੰਦੇ ਆ। ਸੋ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਨਿਰਾਸ਼ ਹੋਵੇ ਔਰ ਜਿੰਨੀ ਜਲਦੀ ਤੋਂ ਜਲਦੀ ਦੇ ਸਕਦੇ ਇਹ ਸਾਨੂੰ ਐਪਲੀਕੇਸ਼ਨ ਭਰ ਕੇ ਦੇ ਦੇਣ। ਬਿਲਕੁਲ। ਇਸ ਵੇਲੇ ਇੱਕ ਪੰਫਲੇਟ ਮੇਰੇ ਹੱਥ ਦੇ ਵਿੱਚ ਵੀ ਹੈ ਜਿੱਥੇ ਫਰੇਜ਼ਰ ਹੈਲਥ ਦੇ ਵੱਲੋਂ ਜਿਹੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਹਦੇ 'ਚ ਖਾਸ ਤੌਰ 'ਤੇ ਹੈਗਾ ਕਿ ਭੋਜਨ ਦੀ ਸੁਰੱਖਿਆ ਜਿਹੜੀ ਹੈ ਉਹ ਕਿਵੇਂ ਅਸੀਂ ਕਰਨੀ ਹੈ ਅਤੇ ਕੀ ਨਾ ਕਰੀਏ, ਇਹ ਵੀ ਸਾਰੀ ਚੀਜ਼ ਦੱਸੀ ਗਈ ਹੈ। ਸੋ ਇਹ ਮੇਰੇ ਹੱਥ ਦੇ ਵਿੱਚ ਹੈ। ਇਹ ਮੈਂ ਨਾਲ ਥੋੜ੍ਹਾ ਕੋਸ਼ਿਸ਼ ਕਰਾਂ ਵੀ ਤੁਹਾਨੂੰ ਪੜ੍ਹ ਕੇ ਵੀ ਸੁਣਾਵਾਂ, ਪਰ ਇਹ ਤੁਸੀਂ ਦੇਖੋ ਇਹ ਸਾਰੀਆਂ ਪਿਕਚਰਸ ਜਿਹੜੀਆਂ ਨੇ ਇਹ ਪਿਕਚਰਸ ਵੀ ਬਾਕਾਇਦਾ ਬਣੀਆਂ ਹੋਈਆਂ ਨੇ ਅਤੇ ਪਿਕਚਰਸ ਦੇ ਉੱਤੇ ਖਾਸ ਤੌਰ ਦੇ ਉੱਤੇ ਦਿੱਤਾ ਹੋਇਆ ਵੀ ਜਦੋਂ ਤੁਸੀਂ ਹੱਥ ਧੋਣੇ ਹੈ ਤਾਂ ਕਿਵੇਂ ਧੋਣੇ ਹੈ। ਨਾਲ ਤੁਹਾਡੇ ਕੋਲ ਸੈਨੀਟਾਈਜ਼ਰ ਕੁਛ ਵੀ ਉੱਥੇ ਪਿਆ ਹੋਏਗਾ, ਸਾਬਣ, ਉਹ ਯੂਜ਼ ਕਰੋ ਅਤੇ ਉਹਦੇ ਨਾਲ ਜਿਹੜਾ ਤੁਸੀਂ ਕਿਵੇਂ ਉਸ ਤੋਂ ਬਾਅਦ ਆਪਣੇ ਹੱਥ ਧੋ ਸਕਦੇ ਹੋ। ਫਿਰ ਹੈਗਾ ਕਿ ਜਿਹੜਾ ਖਾਣਾ ਹੈ ਤੁਹਾਡਾ, ਜਿਹੜਾ ਭੋਜਨ ਹੈ, ਫੂਡ ਹੈ, ਜਿਵੇਂ ਚਾਵਲ ਜਾਂ ਚਟਨੀਆਂ, ਸੌਸ ਵਰਗੇ ਕੋਈ ਗਰਮ ਖਾਣੇ, ਉਹਨਾਂ ਨੂੰ 60 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦੇ ਉੱਤੇ ਰੱਖੋ। ਇਹ ਹਦਾਇਤਾਂ ਨੇ। ਜਿੰਨੀ ਵਾਰ ਤੁਸੀਂ ਆਪਣੇ ਹੱਥ ਧੋਂਦੇ ਹੋ, ਕਿਸੇ ਚੀਜ਼ ਨੂੰ ਟੱਚ ਕਰਦੇ ਹੋ, ਜਿਹੜੇ ਦਸਤਾਨੇ ਆ ਉਹਨਾਂ ਨੂੰ ਬਾਰ-ਬਾਰ ਬਦਲ ਸਕਦੇ ਹੋ। ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਵੀ ਦਿੱਤੀ ਹੋਈ ਹੈ। ਸੋ ਇਸ ਤੋਂ ਇਲਾਵਾ ਹੈ ਵੀ ਠੰਡੇ ਖਾਣਿਆਂ ਨੂੰ ਕਹਿੰਦੇ 4 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵਾਲੇ ਮਕੈਨੀਕਲ ਯੂਨਿਟਾਂ ਜਾਂ ਬਰਫ਼ ਦੇ ਨਾਲ ਇੰਸੂਲੇਟਿਡ ਡੱਬਿਆਂ ਦੇ ਵਿੱਚ ਰੱਖੋ। ਅਤੇ ਇਸ ਤੋਂ ਇਲਾਵਾ ਭੋਜਨ ਦੇ ਸੰਪਰਕ ਵਿੱਚ ਆਉਣ ਵਾਲੀਆਂ ਸਾਰੀਆਂ ਥਾਵਾਂ ਜਿਵੇਂ ਕਿ ਕਟਿੰਗ ਬੋਰਡਾਂ ਅਤੇ ਟੇਬਲਾਂ ਨੂੰ ਕੀਟਨਾਸ਼ਕ ਘੋਲ ਨਾਲ ਸਾਫ਼ ਸੁਥਰਾ ਅਤੇ ਰੋਗਾਣੂ ਰਹਿਤ ਰੱਖੋ।
ਨਾਲ ਦੀ ਨਾਲ ਹੈ ਕੀ ਨਾ ਕਰੀਏ, ਇਹ ਵੀ ਫਰੇਜ਼ਰ ਹੈਲਥ ਦੇ ਵੱਲੋਂ ਹਦਾਇਤਾਂ ਨੇ। ਇਹਦੇ ਵਿੱਚ ਇਹ ਹੈ ਕਿ ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਪਲੀਜ਼ ਘਰੇ ਬਵੋ, ਤੁਸੀਂ ਨਾ ਇਸ ਚੀਜ਼ ਦਾ ਹਿੱਸਾ ਬਣਿਓ। ਇਸ ਤੋਂ ਇਲਾਵਾ ਕਿ ਭੋਜਨ ਨੂੰ ਨੰਗੇ ਹੱਥ ਨਾਲ ਛੂਹਣ ਤੋਂ ਪਰਹੇਜ਼ ਕਰੋ। ਦਹੀਂ, ਯੋਗਰਟ ਜਾਂ ਦੁੱਧ ਨੂੰ ਕਮਰੇ ਵਾਲੇ ਜਿਹੜੇ ਤਾਪਮਾਨ ਦੇ ਉੱਤੇ ਉਹ ਨਾ ਰੱਖੋ। ਇਸ ਤੋਂ ਇਲਾਵਾ ਭੋਜਨ ਬਣਾਉਣ ਲਈ ਪ੍ਰਵਾਨ ਕੀਤੀ ਗਈ ਥਾਂ ਦੇ ਉੱਤੇ ਹੀ ਭੋਜਨ ਤਿਆਰ ਕੀਤਾ ਜਾਵੇ। ਭੋਜਨ ਦੀ ਸੰਭਾਲ ਲਈ ਲੱਕੜ, ਗੱਤੇ ਜਾਂ ਅਖਬਾਰ ਦੀ ਵਰਤੋਂ ਨਾ ਕਰੋ। ਜਿਵੇਂ ਕਈ ਵਾਰੀ ਅਸੀਂ ਚੀਜ਼ਾਂ ਰੱਖ ਦਿੰਦੇ ਹਾਂ ਗੱਤੇ ਵਾਲੇ ਡੱਬੇ 'ਚ, ਉਹ ਨਾ ਰੱਖੋ। ਭੋਜਨ ਪਦਾਰਥਾਂ ਨੂੰ ਭੂੰਜੇ ਘਾਹ ਜਾਂ ਬਜਰੀ ਵਾਲੀ ਥਾਂ ਦੇ ਉੱਤੇ ਨਾ ਰੱਖੋ। ਸੋ ਇਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਓ। ਇੰਦਰਜੀਤ ਜੀ, ਇਹ ਵਧੀਆ ਚੀਜ਼ ਹੈ, ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਹੁਣ ਇਹ ਵੀ ਪਰਮਿਟ ਦੇ ਵਿੱਚ ਜਿਹੜੇ ਟੈਂਪਰੇਰੀ ਫੂਡ ਪਰਮਿਟ ਹੁੰਦੇ ਆ, ਉਹਨਾਂ ਬਾਰੇ ਜਾਣਨਾ ਚਾਹਾਂਗੇ। ਉਹ ਕੀ ਹੁੰਦੇ ਆ, ਕਿਵੇਂ ਮਿਲਦੇ ਆ ਤੇ ਕਿਹਨਾਂ ਨੂੰ ਮਿਲਦੇ ਆ? ਐਪਲੀਕੇਸ਼ਨ ਦੇ ਪਿਛਲੇ ਪਾਸੇ ਐਕਚੁਅਲੀ ਜੀ ਪਰਮਿਟ ਦੀ ਵੀ ਹੈਗੀ ਹੈ, ਯਾਨੀ ਕਿ ਪਰਮਿਟ ਕਿਸ ਤਰ੍ਹਾਂ ਦਾ ਇਸ਼ੂ ਕਰਦੇ ਹਾਂ ਅਸੀਂ। ਅਤੇ ਉਹ ਅਸੀਂ ਜਦੋਂ ਪਰਮਿਟ ਇਸ਼ੂ ਕਰਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਵੀ ਜਿੱਥੇ ਵੀ ਤੁਸੀਂ ਖਾਣਾ ਬਣਾਉਣਾ, ਉਹ ਟੈਂਟ ਦੇ ਸਾਹਮਣੇ ਉਹ ਪਰਮਿਟ ਡਿਸਪਲੇ ਹੋਣਾ ਚਾਹੀਦਾ, ਤਾਂ ਕਿ ਜਿਨ੍ਹਾਂ ਨੇ ਖਾਣਾ ਹੈਗਾ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਸਕੇ ਔਰ ਉਹ ਖਿਆਲ ਰੱਖ ਸਕਣ ਵੀ ਅਸੀਂ ਫਲਾਣੇ ਜਗ੍ਹਾ ਤੋਂ ਫਲਾਣੇ ਬੰਦਿਆਂ ਦਾ ਫਲਾਨਾ ਖਾਣਾ ਖਾਧਾ ਸੀਗਾ। ਜੇ ਫਰਜ਼ ਕਰੋ ਉਹ ਬਿਮਾਰ ਹੁੰਦੇ ਆ, ਤਾਂ ਕਿ ਉਹਨਾਂ ਨੂੰ ਪਤਾ ਰਹੂਗਾ। ਸਾਡੇ ਕੋਲ ਰਿਕਾਰਡ ਹਰੇਕ ਦਾ ਹੁੰਦਾ, ਫਿਰ ਅਸੀਂ ਇਨਵੈਸਟੀਗੇਟ ਕਰ ਸਕਦੇ ਹੈਗੇ ਹਾਂ ਅੱਗੇ ਤੋਂ ਜਾ ਕੇ, ਤਾਂ ਕਿ ਵੀ ਅੱਗੇ ਤੋਂ ਇਹ ਕਿਸੇ ਨਾਲ ਬਿਮਾਰੀ ਨਾ ਫੈਲੇ ਔਰ ਕੰਟਰੋਲ ਕਰ ਸਕਦੇ ਹਾਂ। ਔਰ ਉਹਨਾਂ ਨੂੰ ਕਈ ਦਫਾ ਦੱਸ ਵੀ ਸਕਦੇ ਹੈਗੇ ਵੀ ਇਸ ਤਰ੍ਹਾਂ ਸਾਨੂੰ ਸ਼ਿਕਾਇਤ ਆਈ ਹੈ, ਵੀ ਆਹ ਚੀਜ਼ਾਂ ਅਗਲੇ ਸਾਲ ਤੋਂ ਤੁਸੀਂ ਧਿਆਨ 'ਚ ਰੱਖਣੀਆਂ। ਹਾਂਜੀ ਜੀ। ਸੋ ਇਸ ਤੋਂ ਇਲਾਵਾ ਪਰਮਿਟ ਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੇ ਫੂਡ ਪਰਮਿਟ ਲੈਣੇ ਹੈਗੇ ਆ, ਉਹ ਕੈਟਾਗਰੀ ਕਿਹੜੀ ਹੋਵੇਗੀ? ਅਤੇ ਸਪੈਸ਼ਲੀ ਜਿਹੜੇ ਲੋਕ 82 ਜਾਂ 75-6 ਵਾਲੀ ਰੂਟ 'ਤੇ ਆਉਂਦੇ ਨੇ, ਉਹਨਾਂ ਨੂੰ ਕੀ ਕਮਰਸ਼ੀਅਲ ਏਰੀਆ ਹੋਣ ਕਰਕੇ ਉਹਨਾਂ ਲਈ ਵੀ ਪਰਮਿਟ ਦੀ ਖਾਸ ਤੌਰ ਦੇ ਉੱਤੇ ਲੋੜ ਹੋਏਗੀ? ਪਰਮਿਟਸ ਆ ਜਿਹੜੇ ਜਿਨ੍ਹਾਂ ਨੇ ਟੈਂਟਸ ਲਾਉਣੇ ਹੈਗੇ ਕਮਰਸ਼ੀਅਲ ਏਰੀਆ 'ਚ, ਉੱਥੇ ਤਾਂ ਲੈਣੇ ਪੈਣੇ ਆ ਜੀ। ਜਿਨ੍ਹਾਂ ਨੇ ਆਪਦੇ ਪ੍ਰਾਈਵੇਟ ਰੈਜ਼ੀਡੈਂਸ 'ਚੋਂ ਖਾਣਾ ਸਰਵ ਕਰਨਾ ਹੈਗਾ ਨਗਰ ਕੀਰਤਨ ਦੇ ਰੂਟ 'ਤੇ, ਉਹਨਾਂ ਨੂੰ ਪਰਮਿਟ ਲੈਣ ਦੀ ਕੋਈ ਜ਼ਰੂਰਤ ਨਹੀਂ। ਪਰ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਤੁਸੀਂ ਵੈਬਸਾਈਟ 'ਤੇ ਜਾ ਕੇ ਆਹ ਇਨਫੋਰਮੇਸ਼ਨ ਤੁਹਾਡੇ ਪਰਸਨਲ ਯੂਜ਼ ਲਈ, ਜਾਂ ਜੋ ਤੁਸੀਂ ਨਗਰ ਕੀਰਤਨ 'ਚ ਖਾਣਾ ਵਰਤਾਉਣਾ ਹੈਗਾ ਉਹਦੇ ਲਈ ਬਹੁਤ ਯੂਜ਼ਫੁਲ ਇਨਫੋਰਮੇਸ਼ਨ ਹੈ। ਇਹ ਜ਼ਰੂਰ ਜਾ ਕੇ ਇੱਕ ਵਾਰੀ ਪੜ੍ਹ ਲੈਣ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਸਾਨੂੰ ਵੀ ਇਸ ਤਰ੍ਹਾਂ ਦਾ ਸੈਟਅਪ ਕਰਨਾ ਪੈਂਦਾ। ਅਸੀਂ ਕਈ ਦਫਾ ਨਗਰ ਕੀਰਤਨ ਦੀ ਇਨਸਪੈਕਸ਼ਨ ਕਰਦੇ ਉਹਨਾਂ ਦੇ ਨਾਲ ਜਾਂਦੇ ਹੈਗੇ, ਜਦੋਂ ਦੇਖਦੇ ਹਾਂ ਘਰਾਂ ਦੇ ਵਿੱਚ ਪ੍ਰਾਈਵੇਟ ਰੈਜ਼ੀਡੈਂਸਿਸ ਉਹ ਘਾਹ ਦੇ ਉੱਤੇ ਖਾਣਾ ਰੱਖਿਆ ਹੁੰਦਾ, ਕੋਈ ਹੱਥ ਧੋਣ ਨੂੰ ਇਕੱਲੀ ਪਾਈਪ ਜੀ ਲਮਕਾਈ ਹੁੰਦੀ ਹੈ, ਗਾਰਡਨ ਹੋਸ। ਉਸ ਤਰ੍ਹਾਂ ਨਾ ਕਰੋ। ਇਹ ਐਪਲੀਕੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਬਈ ਹੈਂਡ ਵਾਸ਼ਿੰਗ ਸਿੰਕ ਕਿਵੇਂ ਸੈਟਅਪ ਕਰਨਾ ਹੈਗਾ। ਔਰ ਦੂਸਰੀ ਗੱਲ ਵੀ ਖਾਣਾ ਬਿਲਕੁਲ ਜ਼ਮੀਨ 'ਤੇ ਤਾਂ ਰੱਖਣਾ ਹੀ ਨਹੀਂ ਚਾਹੀਦਾ ਬਣਿਆ ਬਣਾਇਆ, ਕਿਉਂਕਿ ਕਈ ਕੀਟਾਣੂ, ਕਈ ਕੀੜੇ ਮਕੌੜੇ ਹੁੰਦੇ ਆ, ਉਹ ਕੁਛ ਵੀ ਉਹਦੇ 'ਚ ਪੈ ਸਕਦਾ। ਔਰ ਖਾਣੇ ਨੂੰ ਹਮੇਸ਼ਾ ਢੱਕ ਕੇ ਰੱਖੋ। ਜਦੋਂ ਵੀ ਵਰਤਾਉਣਾ ਹੈਗਾ ਗਲਵਜ਼ ਪਾ ਲਓ, ਹੱਥ ਧੋ ਕੇ ਵਰਤਾਓ, ਔਰ ਕੜਛੀ ਜਾਂ ਟੋਂਗਸ ਵਗੈਰਾ ਯੂਜ਼ ਕਰੋ, ਤਾਂ ਕਿ ਤੁਸੀਂ ਸਿੱਧੇ ਖਾਣੇ ਨੂੰ ਹੱਥ ਨਾ ਲਾਓ। ਹੈ ਜੀ। ਇੱਕ ਇੰਦਰ ਜੀ ਹੋਰ ਚੀਜ਼ ਹੈ ਕਿ ਜਿਨ੍ਹਾਂ ਨੇ ਦੂਰ ਦੁਰਾਡੇ ਤੋਂ ਆਉਣਾ, ਬਹੁਤ ਸਾਰੇ ਦੇਸ਼ਾਂ ਤੋਂ ਲੋਕਾਂ ਨੇ ਆਉਣਾ, ਕਈ ਉਹਨਾਂ 'ਚ ਬਿਮਾਰ ਵੀ ਹੋ ਜਾਂਦੇ ਨੇ, ਕਈਆਂ ਨੂੰ ਫਲੂ ਹੁੰਦਾ ਹੈ, ਕੋਲਡ ਹੋ ਜਾਂਦਾ ਹੈ। ਹੁਣ ਉਹ ਜਿਹੇ ਹਾਲਾਤਾਂ ਦੇ ਵਿੱਚ ਕੀ ਕਰਨ? ਕੀ ਘਰ ਜ਼ਿਆਦਾ ਬਿਹਤਰ ਉਹਨਾਂ ਲਈ ਰਹੇਗਾ ਰਹਿਣਾ, ਜਾਂ ਫਿਰ ਉਹ ਆ ਸਕਦੇ ਆ ਪਰ ਆਪਣਾ ਮਾਸਕ ਵਗੈਰਾ ਜਿਹੜਾ ਪਾਉਣ? ਔਰ ਮਾਸਕ ਖਾਸ ਤੌਰ ਦੇ ਉੱਤੇ ਕੀ ਸਾਰਿਆਂ ਵਾਸਤੇ ਪਾਉਣਾ ਲਾਜ਼ਮੀ ਹੋਵੇਗਾ? ਨਹੀਂ, ਮਾਸਕ ਸਾਰਿਆਂ ਵਾਸਤੇ ਪਾਉਣਾ ਲਾਜ਼ਮੀ ਤਾਂ ਹੈ ਨਹੀਂ ਗਾ ਜੀ। ਅਤੇ ਦੂਸਰੀ ਗੱਲ ਹੈ, ਜਿਹੜਾ ਬੰਦਾ ਬਿਮਾਰ ਹੈਗਾ, ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਵੀ ਘਰ ਬੈਠ ਕੇ ਆਰਾਮ ਨਾਲ ਚੈਨਲ ਪੰਜਾਬੀ ਦੇ ਨਗਰ ਕੀਰਤਨ ਦੇਖਣ ਹੈ ਜੀ। ਔਰ ਖਾਣੇ ਦੇ ਵਿੱਚ ਵਰਤਾਉਣ ਦੇ ਵਿੱਚ ਤਾਂ ਬਿਲਕੁਲ ਵੀ ਹਿੱਸਾ ਨਾ ਲੈਣ, ਬਲਕਿ ਉਹ ਘਰੇ ਰਹਿਣ, ਕਿਉਂਕਿ ਤਾਂ ਕਿ ਉਹ ਬਿਮਾਰੀ ਹੋਰ ਨਾ ਕਿਸੇ ਨੂੰ ਫੈਲਾ ਸਕਣ। ਹੈ ਜੀ। ਮੈਂ ਤਾਂ ਇਹੀ ਉਹਨਾਂ ਨੂੰ ਕਹੂੰਗਾ। ਬਾਕੀ ਬਈ ਕਈ ਦਫਾ ਜਨਤਾ ਦਾ ਦਿਲ ਕਰਦਾ ਹੁੰਦਾ ਵੀ ਅਸੀਂ ਵੀ ਜਾਈਏ, ਹਿੱਸਾ ਲਈਏ। ਜੇ ਤੁਸੀਂ ਕਰ ਸਕਦੇ ਆ ਤਾਂ ਹੋਰ ਕੋਈ ਕੰਮ ਕਰ ਲਓ, ਪਰ ਅਸੀਂ ਤਾਂ ਇਹੀ ਕਹਾਂਗੇ ਵੀ ਤੁਸੀਂ ਘਰ ਰਹਿ ਕੇ ਔਰ ਖਾਣੇ ਨੂੰ ਬਿਲਕੁਲ ਨਾ ਵਰਤਾਓ। ਬਿਲਕੁਲ। ਇੱਕ ਹੈ ਪੈਕੇਟ ਵਾਲੇ ਫੂਡ ਜਿਨ੍ਹਾਂ ਨੇ ਵਰਤਾਉਣੇ ਆ, ਜਾਂ ਪਾਣੀ ਦੀਆਂ ਬੋਤਲਾਂ ਵਰਤਾਉਣੀਆਂ ਹੈਗੀਆਂ, ਕੀ ਉਹਨਾਂ ਨੂੰ ਵੀ ਪਰਮਿਟ ਲੈਣਾ ਪਏਗਾ? ਬਹੁਤ ਅੱਛਾ ਸਵਾਲ ਹੈ ਜੀ। ਉਹਨਾਂ ਨੂੰ ਪਰਮਿਟ ਨਹੀਂ ਲੈਣਾ ਪੈਂਦਾ ਜਿਨ੍ਹਾਂ ਨੇ ਪ੍ਰੀ ਪੈਕੇਜ ਖਾਣਾ ਦੇਣਾ, ਜਾਂ ਜਿਨ੍ਹਾਂ ਨੇ ਹੋਲ ਫਰੂਟਸ ਦੇਣੇ ਆ। ਬਲਕਿ ਕਈ ਦਫਾ ਸਾਡੇ ਕੋਲੋਂ ਵੀ ਅਸੀਂ ਬਿਜ਼ੀ ਹੋ ਜਾਂਦੇ ਹਾਂ, ਸਟਾਫ ਬਹੁਤ ਬਿਜ਼ੀ ਹੋ ਜਾਂਦਾ ਹੈਗਾ, ਇਸ ਕਰਕੇ ਕਈ ਐਪਲੀਕੇਸ਼ਨਸ ਨਹੀਂ ਅਪਰੂਵ ਕੀਤੀਆਂ ਜਾਂਦੀਆਂ। ਜਦੋਂ ਨਹੀਂ ਕੀਤੀਆਂ ਜਾਂਦੀਆਂ, ਫਿਰ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਵੀ ਤੁਸੀਂ ਬਜਾਏ ਇਹ ਖਾਣਾ ਵਰਤਣ ਦੇ, ਤੁਸੀਂ ਹੋਲ ਫਰੂਟਸ ਦੇ ਦਿਓ, ਜਾਂ ਤੁਸੀਂ ਪੈਕੇਜ ਕਰਕੇ ਨਟਸ ਵਗੈਰਾ ਦੇ ਦਿਓ, ਹੈ ਨਾ। ਅਤੇ ਬਈ ਇਹ ਖਾਣਾ ਨਾ ਵਰਤਾਓ, ਕਿਉਂਕਿ ਅਸੀਂ ਅਸੈਸਮੈਂਟ ਨਹੀਂ ਕਰ ਸਕਦੇ, ਸਾਡੇ ਕੋਲ ਟਾਈਮ ਥੋੜ੍ਹਾ ਸੀਗਾ। ਅਤੇ ਕਈ ਦਫਾ ਇਸ ਤਰ੍ਹਾਂ ਹੋ ਵੀ ਜਾਂਦਾ, ਕਿਉਂਕਿ ਆਪਣੇ ਲਾਸਟ ਮਿਨਟ ਸਟਰੈਗਲਰਸ ਹੁੰਦੇ ਆ ਕਈ, ਜਿਹੜੇ ਲੈ ਕੇ ਆਉਂਦੇ ਐਪਲੀਕੇਸ਼ਨ,
ਤੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਵੀ ਸਾਨੂੰ 2 ਹਫ਼ਤੇ ਪਹਿਲਾਂ ਸਾਰੀਆਂ ਐਪਲੀਕੇਸ਼ਨਸ ਆ ਜਾਣ ਤਾਂ ਬਹੁਤ ਹੀ ਅੱਛਾ। ਇਹਦੇ 'ਚ ਜੀ ਇੱਕ ਚੀਜ਼ ਹੋਰ ਕਹੀ ਜਾ ਰਹੀ ਸੀਗੀ ਵੀ ਖਾਸ ਤੌਰ ਤੇ ਜਿਨ੍ਹਾਂ ਨੇ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਸੇਵਾ ਨਿਭਾਣੀ ਹੈਗੀ ਹੈ ਲੰਗਰ ਦੀ, ਤੇ ਉਹਨਾਂ ਵਾਸਤੇ ਤਾਂ ਸਪੈਸ਼ਲੀ ਕਿਹਾ ਜਾ ਰਿਹਾ ਵੀ ਉਹ ਤਾਂ ਹੁਣੇ ਹੀ ਫਟਾਫਟ ਜਿਹੜੀ ਹੈ ਨਾ ਐਪਲੀਕੇਸ਼ਨ ਆਪਣੀ ਭੇਜ ਦਿਓ ਵੀ ਪਰਮਿਟ ਤਾਂ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਮਿਲ ਜਾਏ, ਨਹੀਂ ਤਾਂ ਪ੍ਰੋਬਲਮ ਹੋ ਸਕਦੀ ਹੈ। ਸੋ ਇਹ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਵਾਲਿਆਂ ਵਾਸਤੇ ਇੰਨੀ ਜਲਦਬਾਜ਼ੀ ਕਿਉਂ? ਨਹੀਂ, ਇਕੱਲੀ ਮੱਕੀ ਦੀ ਰੋਟੀ ਨਹੀਂ ਜੀ, ਕਈ ਦਫਾ ਹੋਰ ਵੀ ਕਈ ਖਾਣੇ ਹੁੰਦੇ ਜਿਹੜੇ ਤਿਆਰ ਕਰਨੇ ਹੁੰਦੇ। ਘਰ ਦੇ ਵਿੱਚ ਨਾਰਮਲ ਕਿਚਨ 'ਚ ਤਾਂ ਇੰਨਾ ਖਾਣਾ ਤਿਆਰ ਨਹੀਂ ਹੁੰਦਾ। ਉਹ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਅਪਰੂਵਡ ਫੈਸਿਲਿਟੀ ਜਾ ਕੇ, ਜਿਸ ਤਰ੍ਹਾਂ ਆਪਣੇ ਗੁਰਦੁਆਰਾ ਸਾਹਿਬ ਦੀ ਕਿਚਨ ਹੈ ਜਾਂ ਹੋਰ ਚਰਚ ਕਿਚਨਸ ਨੇ, ਕਿਸੇ ਵੀ ਅਪਰੂਵਡ ਕਿਚਨ ਦੇ ਵਿੱਚ ਜਾ ਕੇ ਖਾਣਾ ਤਿਆਰ ਕਰਕੇ ਰੱਖ ਲੈਣ। ਘਰ ਦੇ ਵਿੱਚ ਅਸੀਂ ਨਹੀਂ ਸਲਾਹ ਦਿੰਦੇ ਕਿਸੇ ਨੂੰ ਵੀ ਆਪਣੇ ਘਰ ਦੇ ਵਿੱਚ ਖਾਣਾ ਤਿਆਰ ਕਰੋ, ਕਿਉਂਕਿ ਉੱਥੇ ਕਈ ਦਫਾ ਕੰਟਰੋਲਸ ਨਹੀਂ ਹੁੰਦੇ, ਬੱਚੇ ਵੀ ਫਿਰਦੇ ਹੁੰਦੇ, ਕਈ ਘਰਾਂ ਦੇ ਵਿੱਚ ਪੈਟਸ ਵੀ ਹੁੰਦੇ ਆ। ਸੋ ਇਸ ਕਰਕੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਐਨਵਾਇਰਨਮੈਂਟ। ਜੇ ਤੁਸੀਂ ਬਾਹਰ ਅਪਰੂਵਡ ਕਿਚਨ ਜਾਂਦੇ ਆ, ਉੱਥੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਨਾ ਤਾਂ ਉੱਥੇ ਬੱਚੇ ਜਾ ਸਕਦੇ ਆ, ਨਾ ਪੈਟਸ ਜਾ ਸਕਦੇ, ਤਾਂ ਕਿ ਤੁਸੀਂ ਆਪਦਾ ਖਾਣਾ ਉੱਥੇ ਤਿਆਰ ਕਰਕੇ ਉਹਨੂੰ ਪੈਕਅਪ ਕਰਕੇ ਲੈ ਆਓ। ਜੀ ਬਿਲਕੁਲ। ਸੋ ਅਖੀਰ ਦੇ ਵਿੱਚ ਹੁਣ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ, ਔਰ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਲੈਣੀ ਹੈ ਉਹ ਕਿਹੜੀ ਸਾਈਟ ਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਨੇ ਪਰਮਿਟ ਰਿਗਾਰਡਿੰਗ, ਤੇ ਕੀ ਇਹ ਇਨਫੋਰਮੇਸ਼ਨ ਹਰ ਭਾਸ਼ਾ ਦੇ ਵਿੱਚ ਉਪਲਬਧ ਹੈ, ਖਾਸ ਕਰਕੇ ਪੰਜਾਬੀ ਦੇ ਵਿੱਚ ਵੀ? ਹਾਂਜੀ, ਇਹ ਸਾਰੀ ਇਨਫੋਰਮੇਸ਼ਨ ਸਾਡੀ ਔਨਲਾਈਨ ਫਰੇਜ਼ਰ ਹੈਲਥ ਦੀ ਵੈਬਸਾਈਟ 'ਤੇ ਹੈਗੀ ਆ, ਔਰ ਬਲਕਿ ਔਨਲਾਈਨ ਐਪਲੀਕੇਸ਼ਨ ਵੀ ਹੈਗੇ, ਜਿਨ੍ਹਾਂ ਨੇ ਭਰ ਕੇ ਭੇਜਣੇ ਆ ਉੱਥੇ ਔਨਲਾਈਨ ਵੀ ਭਰ ਸਕਦੇ। ਫਰੇਜ਼ਰ ਹੈਲਥ ਦਾ ਵੈਬਸਾਈਟ ਦਾ ਐਡਰੈਸ ਹੈਗਾ www.fraserhealth.ca। ਔਰ ਕਈ ਦਫਾ ਕਿਸੇ ਨੇ ਨਹੀਂ ਇਨਫੋਰਮੇਸ਼ਨ ਮਿਲਦੀ ਤਾਂ ਉਹ ਸਾਨੂੰ ਫ਼ੋਨ ਵੀ ਕਰ ਸਕਦੇ ਆਫਿਸ 'ਚ। ਸਾਡਾ ਫ਼ੋਨ ਨੰਬਰ ਹੈਗਾ 6045873936। ਹਾਂਜੀ, ਉੱਥੇ ਫ਼ੋਨ ਵੀ ਕਰ ਸਕਦੇ ਆ, ਔਰ ਉਹ ਇਨਫੋਰਮੇਸ਼ਨ ਵੀ ਉੱਥੋਂ ਉਹਨਾਂ ਨੂੰ ਮਿਲ ਸਕਦੀ ਆ। ਜੇ ਉਹਨਾਂ ਨੇ ਇੰਸਪੈਕਟਰ ਨਾਲ ਗੱਲ ਕਰਨੀ ਹੈਗੀ ਕਿਸੇ ਨਾਲ, ਉਹ ਉੱਥੇ ਫ਼ੋਨ 'ਤੇ ਮਿਲਾ ਦੇਣਗੇ ਉਹਨਾਂ ਨੂੰ। ਹਾਂਜੀ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕਸ ਵੈਰੀ ਮਚ। ਸੋ ਜਾਣਕਾਰੀ ਤਾਂ ਹੁਣ ਤੁਹਾਡੇ ਤੱਕ ਪਹੁੰਚ ਗਈ ਹੈ, ਤੇ ਹੁਣ ਨਿਭਾਉਣੀ ਹੈ ਜਿਨ੍ਹਾਂ ਨੇ ਆਪਣੇ ਤੇ ਤੌਰ ਦੇ ਉੱਤੇ ਲੰਗਰ ਦੀ ਯਾਨੀ ਫੂਡ ਦੀ ਸੇਵਾ, ਤਾਂ ਕੋਸ਼ਿਸ਼ ਕਰੋ ਕਿ ਆਪਣੇ ਪਰਮਿਟ ਪਹਿਲਾਂ ਤਾਂ ਜਿਹੜੇ ਟੈਂਪਰੇਰੀ ਪਰਮਿਟ ਨੇ ਫਟਾਫਟ ਅਪਲਾਈ ਕਰ ਦਿਓ, ਤਾਂ ਕਿ ਤੁਸੀਂ ਨਗਰ ਕੀਰਤਨ ਦਾ ਹਿੱਸਾ ਬਣ ਪਾਓ। ਖਾਲਸਾ ਡੇ ਪਰੇਡ ਮੌਕੇ ਜਿਹੜੀ ਸੇਵਾ ਤੁਸੀਂ ਨਿਭਾਉਣਾ ਚਾਹੁੰਦੇ ਹੋ ਉਹ ਤੁਸੀਂ ਦਿਲ ਤੋਂ ਨਿਭਾ ਸਕੋ। ਪਰ ਉਸ ਲਈ ਪ੍ਰੋਸੈਸ ਹੈ, ਉਸ ਪ੍ਰੋਸੈਸ ਨੂੰ ਪੂਰਾ ਜ਼ਰੂਰ ਕਰ ਲਿਓ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।